So students, we have finished a half poem in our last video, ਜਿਸ ਦੇ ਵਿੱਚ ਕੀ ਹੋਇਆ ਸੀ ਕਿ ਉਪਗੁਪਤਾ ਜੋ ਸੋ ਰਿਹਾ ਸੀ ਤਾਂ ਉਹਨਾਂ ਨੂੰ ਅਚਾਨਕ ਜਾਗ ਆ ਗਈ ਇੱਕ ਟੱਚ ਦੇ ਨਾਲ ਇੱਕ ਵੂਮਨ ਜੋ ਡਾਂਸਿੰਗ ਵੂਮਨ ਸੀ ਉਹਨਾਂ ਦੇ ਫੁੱਟ ਦੀ। ਤਾਂ ਉਹ ਉਹਨਾਂ ਤੋਂ ਮਾਫੀ ਮੰਗਦੀ ਹੈ, ਆਫਰ ਕਰਦੀ ਹੈ ਕਿ ਉਹਨਾਂ ਦੇ ਘਰ ਜਾਵੇ ਉਪਗੁਪਤਾ, ਬਟ ਉਹ ਰਿਫਿਊਜ਼ ਕਰਦੇ ਨੇ ਤੇ ਕਹਿੰਦੇ ਨੇ ਕਿ ਜਦੋਂ ਟਾਈਮ ਆਏਗਾ ਮੈਂ ਤੇਰੇ ਕੋਲ ਆ ਜਾਵਾਂਗਾ। ਔਰ ਉਸ ਤੋਂ ਬਾਅਦ ਇੱਕ ਡੇਂਜਰਸ ਜਿਹਾ ਸੀਨ ਸਾਹਮਣੇ ਆਇਆ ਸੀ ਆਪਣੇ ਨਾਈਟ ਦਾ। ਔਰ ਆਪਾਂ ਨੇ ਲਾਸਟ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਉਹ ਵੂਮਨ ਉੱਥੋਂ ਚਲੀ ਗਈ ਜਾਂ ਨਹੀਂ, ਇਹ ਕੋਈ ਇਹਨਾਂ ਨੇ ਆਨਸਰ ਨਹੀਂ ਕੀਤਾ। ਜਸਟ ਟਾਈਮ ਪੈਸੇਜ ਅੱਗੇ ਵਧਿਆ ਔਰ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਵੂਮਨ ਉਸ ਡਰਾਵਨੀ ਨਾਈਟ ਦੇ ਵਿੱਚ ਉੱਥੋਂ ਚਲੀ ਗਈ ਆਪਣੇ ਘਰ। ਤੋ ਅੱਗੇ ਦੇਖਦੇ ਹਾਂ, ਜਦੋਂ ਟਾਈਮ ਪੈਸੇਜ ਅੱਗੇ ਚਲਿਆ ਗਿਆ ਤਾਂ ਅਗਲੇ ਪੈਸੇਜ ਅਗਲੇ ਸਟੈਂਜ਼ਾ ਦੇ ਵਿੱਚ ਕੀ ਆਉਂਦਾ ਹੈ, ਅ ਈਅਰ ਹੈਜ਼ ਨਾਟ ਯੈਟ ਪਾਸਡ, ਕਹਿੰਦੇ ਹਜੇ 1 ਸਾਲ ਨਹੀਂ ਹੋਇਆ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਬੁੱਧ ਭਿਕਸ਼ੂ ਹੁੰਦੇ ਆ ਇਹ ਪ੍ਰੀਚ ਕਰਦੇ ਹੋਏ ਇੱਧਰ ਉੱਧਰ ਜਾਂਦੇ ਰਹਿੰਦੇ ਨੇ ਤੇ ਇਹ ਵਿਜ਼ਿਟ ਦੇ ਦੌਰਾਨ ਬਹੁਤ ਜਗ੍ਹਾ ਵਿਜ਼ਿਟ ਕਰਦੇ ਨੇ, ਆਪਣੀ ਵਿਜ਼ਿਟਸ ਜੋ ਜਰਨੀਜ਼ ਹੁੰਦੇ ਨੇ ਬਹੁਤ ਜਗ੍ਹਾ 'ਤੇ ਕਰਦੇ ਨੇ। ਇसी ਤਰ੍ਹਾਂ ਉਪਗੁਪਤਾ ਵੀ ਵਿਜ਼ਿਟਸ 'ਤੇ ਨੇ ਔਰ ਵਾਪਿਸ ਮਥੁਰਾ ਆਉਣਗੇ ਇੱਕ ਦਿਨ। ਤੋ ਦੇਖਦੇ ਹਾਂ ਉਹਨਾਂ ਦੀ ਇਹ ਜਰਨੀ ਕਿੱਥੇ ਜਾ ਕੇ ਮੀਟ ਕਰਦੀ ਹੈ। A year hasn't yet passed. It was evening of a day in April. ਹਾਂਜੀ 1 ਸਾਲ ਕਹਿੰਦੇ ਹਜੇ ਬੀਤਿਆ ਨਹੀਂ ਸੀ, ਜਸਟ ਅਪ੍ਰੈਲ ਦਾ ਮੰਥ ਸੀ, ਅਗਸਤ ਟੂ ਅਪ੍ਰੈਲ, ਯਾਨੀ ਕਿ 6 ਮਹੀਨੇ ਦਾ ਗੈਪ ਆਇਆ, ਜ਼ਿਆਦਾ ਨਹੀਂ ਆਇਆ, 6-7 ਮਹੀਨੇ ਦਾ। ਸਾਲ ਕਹਿੰਦੇ ਬੀਤਿਆ ਨਹੀਂ। ਇਨ ਸਪਰਿੰਗ ਸੀਜ਼ਨ, ਉਹ ਸਟੋਮੀ ਡਾਰਕ ਸੀਜ਼ਨ ਤੋਂ, ਨਾਈਟ ਤੋਂ ਸਪਰਿੰਗ ਸੀਜ਼ਨ ਆ ਚੁੱਕਿਆ ਹੈ। The branches of the wayside trees were full of blossom. ਹਾਂਜੀ ਬ੍ਰਾਂਚਿਸ ਕੀ ਹੁੰਦੇ ਨੇ, ਸਪਰਿੰਗ ਸੀਜ਼ਨ ਹੁੰਦਾ ਹੈ ਜੋ ਆਪਾਂ ਕਹਿ ਦਿੰਦੇ ਹਾਂ ਬਸੰਤ ਦੀ ਰੁੱਤ, ਔਰ ਜਦੋਂ ਨਵੇਂ ਫੁੱਲ ਬੂਟੇ ਫੁੱਟਦੇ ਨੇ, ਦਰਖਤ ਕੀ ਨੇ ਫੁੱਟਦੇ ਨੇ, ਨਵੇਂ ਫੁੱਲ ਬੂਟੇ ਉੱਗਦੇ ਨੇ, ਹਰ ਤਰਫ ਬਹਾਰ ਆਉਂਦੀ ਹੈ। ਤਾਂ ਬ੍ਰਾਂਚਿਸ ਹੁੰਦੇ ਨੇ ਟਹਿਣੀਆਂ ਜੋ ਵੇ ਸਾਈਡ ਰੋਡ ਸਾਈਡ ਜੋ ਕਿ ਸੜਕ 'ਤੇ ਗਲੀ 'ਚ ਦਰਖਤ ਲੱਗੇ ਹੋਏ ਨੇ ਉਹ ਫੁੱਲ ਆਫ ਬਲੌਸਮ ਨੇ, ਫੁੱਲਾਂ ਦੀ ਖੁਸ਼ਬੂ ਨਾਲ ਭਰੇ ਹੋਏ। ਠੀਕ ਹੈ, ਛੋਟੇ ਛੋਟੇ ਫੁੱਲ ਨੇ ਉਹਨਾਂ 'ਤੇ ਔਰ ਹਰ ਤਰਫ ਖੁਸ਼ਬੂ ਹੀ ਖੁਸ਼ਬੂ ਹੈ। ਗੇ ਨੋਟਸ ਆਫ ਅ ਫਲੂਟ came floating in the warm spring air from afar. ਗੇ ਨੋਟਸ मतलब आवाज़ां जो बहुत हार्ट टचिंग ने, ठीक है जी। और फ्लूट बांसुरी, तो ਕਹਿੰਦੇ ਜੀ ਬਾਂਸੁਰੀ ਦੀ ਬਹੁਤ ਸੁਰੀਲੀ ਦਿਲ ਨੂੰ ਛੂ ਲਾਉਣ ਵਾਲੀ ਆਵਾਜ਼ ਫਲੋਟ ਕਰ ਰਹੀ ਹੈ, ਕਿਤੇ ਤੈਰ ਕੇ ਆਣਾ ਨਹੀਂ, ਉੱਪਰ ਮਤਲਬ ਕਿਤੇ ਦੂਰੋਂ ਸੁਣਾਈ ਦੇ ਰਹੀ ਹੈ ਉਹਨਾਂ ਨੂੰ, ਹਵਾ ਦੇ ਵਿੱਚ ਫੈਲੀ ਹੋਈ ਹੈ। ਸਪਰਿੰਗ ਏਅਰ ਜੋ ਮੰਦ ਮੰਦ ਹਵਾ, ਹਲਕੀ ਹਲਕੀ ਖੁਸ਼ਬੂ ਭਰੀ ਹਵਾ ਹੈ। ਵਾਰਮ ਸਪਰਿੰਗ ਏਅਰ ਦਾ ਮਤਲਬ ਇਹ ਹੈ ਕਿ ਹਲਕੀ ਗਰਮ ਹਲਕੀ ਮੰਦ ਖੁਸ਼ਬੂ ਨਾਲ ਭਰੀ ਹੋਈ ਹਵਾ, ਉਸ ਦੇ ਵਿੱਚ ਕੀ ਹੈ, ਉਹ ਸੁਰੀਲੀ ਆਵਾਜ਼ ਫਲੂਟ ਦੀ ਕਿਤੋਂ ਬਹੁਤ ਦੂਰੋਂ ਆ ਰਹੀ ਹੈ। ਅਫਾਰ ਮਤਲਬ ਬਹੁਤ ਦੂਰੋਂ ਸੁਣਾਈ ਦੇ ਰਹੀ ਹੈ ਕੰਨਾਂ ਨੂੰ। The citizens had gone to the woods for the festival of flowers. ਕਹਿੰਦੇ ਜੋ ਸਿਟੀਜ਼ਨ ਯਾਨੀ ਕਿ ਉੱਥੇ ਰਹਿਣ ਵਾਲੇ, ਉੱਥੇ ਦੇ ਬਾਸ਼ਿੰਦੇ, ਉੱਥੇ ਦੇ ਲੋਕ ਹੈ, ਉਹ ਕੀ ਹੈ ਵੁੱਡਸ ਜੰਗਲ ਫੋਰੈਸਟ, ਉੱਥੇ ਚਲੇ ਗਏ ਨੇ ਫੈਸਟੀਵਲ ਆਫ ਫਲਾਵਰਸ ਸੈਲੀਬ੍ਰੇਟ ਕਰਨ ਲਈ। ਮਤਲਬ ਸੁਹਾਣੀ ਰੁੱਤ ਹੈ ਤਾਂ ਉਹਨੂੰ ਸੈਲੀਬ੍ਰੇਟ ਕਰਨ ਲਈ ਫਲਾਵਰਸ ਦਾ ਫੈਸਟੀਵਲ ਵੀ ਮਨਾਇਆ ਜਾਂਦਾ। ਆਪਣੇ ਇੰਡੀਆ ਵਿੱਚ ਵੀ ਇੱਕ ਫੈਸਟੀਵਲ ਆਫ ਫਲਾਵਰਸ ਮਨਾਇਆ ਜਾਂਦਾ, ਦੈਟ ਇਜ਼ ਕਾਲਡ ਓਨਮ। ਇਸੀ ਤਰ੍ਹਾਂ ਉਹਨਾਂ ਦਾ ਆਪਣਾ ਹੁਣ ਕਿਹੜਾ ਫੈਸਟੀਵਲ ਹੈ, ਉਹਨਾਂ ਦਾ ਕੋਈ ਆਪਣਾ ਹੈ ਜਾਂ ਉਹੀ ਫੈਸਟੀਵਲ ਹੈ, ਇਹ ਆਪਾਂ ਇੱਥੇ ਕਹਿ ਨਹੀਂ ਸਕਦੇ। ਬਟ ਹਾਂ ਉਹ ਜੋ ਸਪਰਿੰਗ ਸੀਜ਼ਨ ਹੈ ਉਹਨੂੰ ਸੈਲੀਬ੍ਰੇਟ ਕਰਨ ਲਈ ਫੋਰੈਸਟ ਵਿੱਚ ਜਾਂਦੇ ਨੇ। ਯੂਜੂਅਲੀ ਆਪਣੀ ਵੀ ਇਹ ਹੈ ਦਿਨਚਰਿਆ ਹੁੰਦੀ ਹੈ ਕਿ ਜਦੋਂ ਬਹੁਤ ਸੁਹਾਵਣਾ ਮੌਸਮ ਹੋਵੇ ਤਾਂ ਆਪਾਂ ਵੀ ਬਾਹਰ ਨਿਕਲ ਕੇ ਨੇਚਰ ਔਰ ਨੈਚੁਰਲ ਸੀਨਰੀਜ਼ ਦੇ ਵਿੱਚ ਬੈਠਣਾ, ਉਹਨੂੰ ਇੰਜੋਏ ਕਰਨਾ ਬਹੁਤ ਪਸੰਦ ਕਰਦੇ ਹਾਂ। ਤਾਂ ਹਿਊਮਨ ਨੇਚਰ ਇਹ ਅੱਗੇ ਕੀ ਹੁੰਦਾ
ਫੈਸਟੀਵਲ ਆਫ ਫਲਾਵਰ ਸੈਲੀਬ੍ਰੇਟ ਕਰਨ ਜਾਂਦੇ ਨੇ। ਫਰੋਮ ਦਾ ਮਿਡ ਸਕਾਈ, ਹੁਣ ਰਾਤ ਦਾ ਸੀਨ ਆ ਰਿਹਾ ਜੀ। ਫਰੋਮ ਦਾ ਮਿਡ ਸਕਾਈ ਯਾਨੀ ਕਿ ਇਨ ਦ ਸੈਂਟਰ ਆਫ ਦ ਸਕਾਈ, ਗੇਜ਼ਡ ਘੂਰਨਾ। ਫਰੋਮ ਦ ਮਿਡ ਸਕਾਈ gaze the full moon on the shadows of the silent town। ਹਾਂਜੀ, ਸਾਰਾ ਦਿਨ ਤੋਂ ਫੈਸਟੀਵਲ ਆਫ ਫਲਾਵਰ ਚੱਲਦਾ ਰਿਹਾ ਔਰ ਅਪ੍ਰੈਲ ਦਾ ਮੰਥ ਹੈ, ਤਾਂ ਰਾਤ ਦਾ ਸੀਨ ਦੱਸਿਆ ਗਿਆ ਕਿ ਰਾਤਾਂ ਅਗਸਤ ਵਿੱਚ ਕੈਸੀਆਂ ਹੁੰਦੀਆਂ ਨੇ, ਬਹੁਤ ਡਿਮ, ਤਾਰੇ ਵੀ ਛੁਪ ਜਾਂਦੇ ਨੇ, ਚੰਦ ਵੀ ਛੁਪ ਜਾਂਦਾ, ਸਟੋਰਮੀ ਜੀਆਂ। ਔਰ ਇੱਥੇ ਅਪ੍ਰੈਲ ਦੀ ਨਾਈਟ ਦਾ ਸੀਨ ਕ੍ਰੀਏਟ ਕੀਤਾ ਗਿਆ। ਕਹਿੰਦੇ ਕਿ ਇੰਨੀਆਂ ਕਲੀਅਰ ਨੇ ਕਿ ਸਾਫ ਸਾਇਲੈਂਟ ਜੋ ਸਕਾਈ ਹੈ, ਮਿਡ ਸਕਾਈ ਹੈ, ਸੈਂਟਰ ਵਿੱਚੋਂ ਵਿੱਚ ਉੱਥੇ ਚੰਦ ਚਮਕ ਰਿਹਾ ਹੈ, ਸ਼ੈਡੋਜ਼ ਆਫ ਦਾ ਸਾਇਲੈਂਟ ਟਾਊਨ। ਰਾਤ ਨੂੰ ਜਦੋਂ ਸਾਰਾ ਕੁਝ ਸਾਇਲੈਂਟ ਹੁੰਦਾ, ਬਹੁਤ ਰਾਤ ਹੋ ਚੁੱਕੀ ਔਰ ਚੰਦ ਪੂਰਾ ਚਮਕ ਰਿਹਾ ਹੁੰਦਾ, ਤਾਂ ਮੂਨ ਲਾਈਟ ਦੇ ਨਾਲ ਹਰ ਚੀਜ਼ ਦੀ ਸ਼ੈਡੋ ਬਣਦੀ ਹੈ। ਈਵਨ ਤੁਸੀਂ ਵੀ ਮੂਨ ਲਾਈਟ ਦੇ ਵਿੱਚ ਘੁੰਮੋਗੇ ਤਾਂ ਤੁਹਾਡੀ ਬਹੁਤ ਵੱਡੀ ਸ਼ੈਡੋ ਬਣੇਗੀ। ਦੈਟਸ ਵਾਈ ਹੇਅਰ ਦ ਵਰਡ ਸ਼ੈਡੋਜ਼ ਆਫ ਦ ਸਾਇਲੈਂਟ ਟਾਊਨ ਇੱਥੇ ਆਇਆ ਹੈ ਕਿ ਸਾਰਾ ਕੁਝ ਟਾਊਨ ਦੇ ਵਿੱਚ ਸਾਇਲੈਂਟ ਹੈ ਅਤੇ ਮੂਨ ਲਾਈਟ ਦੇ ਨਾਲ ਹਰ ਚੀਜ਼ ਦੀ ਸ਼ੈਡੋ ਨਾਲ ਪੂਰਾ ਟਾਊਨ ਸ਼ੈਡੋ ਹੀ ਹੋਇਆ ਹੈ। ਤਾਂ ਕਹਿੰਦੇ ਮੂਨ ਕੀ ਹੈ, ਚਮਕ ਰਿਹਾ ਹੈ ਪੂਰਾ। ਇਨ ਬਿਟਵੀਨ ਆਫ ਦ ਸਕਾਈ the young ascetic was walking along the lonely streets। ਹਾਂਜੀ, ਹੁਣ ਦੇਖੋ ਫਿਰ ਰਾਤ ਦਾ ਸੀਨ ਹੈ ਤੇ ਉਹੀ ਯੰਗ ascetic, ਉਹੀ ਬੁੱਧ ਭਿਕਸ਼ੂ, ਜਵਾਨ ਭਿਕਸ਼ੂ, ਉਹ ਵਾਕ ਕਰ ਰਹੇ ਨੇ ਗਲੀਆਂ ਦੇ ਵਿੱਚ, ਸੁਨਸਾਨ ਗਲੀਆਂ ਦੇ ਵਿੱਚ। ਠੀਕ ਹੈ, ਸੌਰੀ, ਸੁਨਸਾਨ ਗਲੀ ਦੇ ਵਿੱਚ, ਲੋਨਲੀ, ਖਾਲੀ, ਸੁਨਸਾਨ। while overhead the love sick coils uttered from the mango branches their sleepless plaint। ਹਾਂਜੀ, ਕੋਇਲਸ ਇੱਥੇ ਡਾਇਰੈਕਟਲੀ ਹਿੰਦੀ ਵਰਡ ਆਇਆ, ਪੰਜਾਬੀ ਵਰਡ ਆਇਆ। ਠੀਕ ਹੈ, ਡਾਇਰੈਕਟਲੀ ਉਹਨਾਂ ਨੇ ਮਦਰ ਟੰਗ ਵਰਡ ਯੂਜ਼ ਕੀਤਾ, ਟਰਾਂਸਲੇਟ ਨਹੀਂ ਕੀਤਾ। ਨਾਈਟਿੰਗੇਲਸ, ਠੀਕ ਹੈ ਜੀ, ਕੋਇਲ ਜਿਸ ਨੂੰ ਆਪਾਂ ਕਹਿੰਦੇ ਹਾਂ ਬਹੁਤ ਸੁਰੀਲਾ ਜੋ ਗਾਉਂਦੀ ਹੁੰਦੀ ਹੈ। ਕਹਿੰਦੇ ਓਵਰਹੈਡ, ਸਿਰ ਉੱਤੇ, ਸਿਰ ਉੱਤੇ ਮਤਲਬ ਇੱਦਾਂ ਹੀ ਕੋਈ ਸਿਰ 'ਤੇ ਨਹੀਂ ਬੈਠਾ, ਮਤਲਬ ਓਵਰਹੈਡ ਜੋ ਮੈਂਗੋ ਬ੍ਰਾਂਚਿਸ ਹੈ, ਮੈਂਗੋ ਦੇ ਟਰੀ ਹੈ, ਉਹਨਾਂ ਸਟਰੀਟਸ ਦੇ ਵਿੱਚ, ਉਹਨਾਂ ਗਲੀਆਂ ਵਿੱਚ ਔਰ ਰਸਤਿਆਂ ਵਿੱਚ, ਸੜਕ ਦੇ ਉੱਪਰ, ਤਾਂ ਉਹਨਾਂ ਉੱਪਰ ਕੋਇਲਸ ਜੋ ਕੋਇਲਾਂ ਨੇ ਉਹ ਬੈਠੀਆਂ ਨੇ ਔਰ ਇੰਜ ਲੱਗਦਾ ਕਿ ਉਹ ਪੂਰਾ ਅਟਡ ਹੁੰਦਾ ਹੈ, ਗਾਣਾ ਸੁਣਾਣਾ, ਕੋਈ ਬੋਲਣਾ, ਕੁਛ ਵੀ ਬੋਲਣਾ। ਠੀਕ ਹੈ ਜੀ, ਤਾਂ ਉਹ ਪੂਰੀਆਂ ਮਗਨ ਨੇ ਲੇਮੈਂਟੇਸ਼ਨ, ਦੁੱਖ ਦੇ ਨਾਲ, ਜਿਵੇਂ ਆਪਣਾ ਕੋਈ ਦੁੱਖ ਭਰਿਆ ਲਵ ਸਿਕ, ਲਵ ਸੌਂਗ ਸੁਣਾਉਂਦੀਆਂ ਹੋਣ, ਲਵ ਨਾਲ ਭਰਿਆ ਹੋਇਆ, ਪਰ ਜੋ ਲਵ ਪੂਰਾ ਨਹੀਂ ਹੋਇਆ ਤਾਂ ਉਸ ਨੂੰ ਲੇਮੈਂਟ ਕਰਕੇ, ਸਲੀਪਲੈਸ ਪਲੇਂਟ, ਲੇਮੈਂਟੇਸ਼ਨ ਦੇ ਨਾਲ ਬਿਨਾਂ ਸੋਏ ਉਹ ਕਿਨੇ ਲਗਾਤਾਰ ਆਪਣੀ ਉਸ ਅੰਦਰ ਦੀ ਜੋ ਫੀਲਿੰਗ ਹੈ ਉਸ ਨੂੰ ਜਿਵੇਂ ਕੱਢ ਰਹੀਆਂ ਹੋਣ, ਤਾਂ ਇੱਦਾਂ ਉਹ ਲਗਾਤਾਰ ਬੋਲ ਰਹੀਆਂ ਨੇ। ਉਪਗੁਪਤਾ ਉਹਨਾਂ ਨੂੰ ਸੁਣਦੇ ਹੋਏ ਉੱਥੋਂ ਗੁਜ਼ਰ ਰਹੇ ਸੀ। ਉਪਗੁਪਤ ਪਾਸ ਥਰੂ ਦ ਸਿਟੀ ਗੇਟਸ, ਤੋਂ ਚਲਦੇ ਚਲਦੇ ਉਹ ਕਿੱਥੋਂ ਨਿਕਲ ਗਏ, ਸਿਟੀ ਗੇਟਸ ਯਾਨੀ ਕਿ ਬਾਉਂਡਰੀ 'ਤੇ ਪਹੁੰਚ ਗਏ। ਐਂਡ ਸਟੂਡ ਐਟ ਦ ਬੇਸ ਆਫ ਰੈਂਪਰਟ, ਰੈਂਪਰਟ ਬੇਟਾ ਉਹੀ ਆਊਟਰ ਵਾਲ ਜੋ ਸਟਾਰਟਿੰਗ ਦੇ ਵਿੱਚ ਡਿਸਕਸ ਹੋਈ ਥੀ, ਰੈਂਪਰਟ ਕਹਿੰਦੇ ਨੇ ਉਹਨੂੰ। ਵੈਸੇ ਅਗਰ ਇੱਕ ਪ੍ਰੋਪਰ ਨੇਮ ਦਈਏ ਤਾਂ ਇਹ ਪੂਰੀ ਬਾਉਂਡਰੀ ਹੁੰਦੀ ਹੈ ਪ੍ਰੋਟੈਕਸ਼ਨ ਦੇ ਲਈ, ਜੋ ਸਿਟੀ ਨੂੰ ਪ੍ਰੋਟੈਕਟ ਔਰ ਸਿਟੀ ਦੀ ਬਾਉਂਡਰੀ ਵੀ ਔਰ ਪ੍ਰੋਟੈਕਸ਼ਨ ਪਰਪਸ ਦੇ ਲਈ ਵੀ ਬਣਾਈ ਜਾਂਦੀ ਹੈ। ਤਾਂ ਉਹ ਉਸੇ ਦੀਵਾਰ ਦੇ ਕੋਲੇ ਜਾ ਕੇ ਖੜੇ ਹੋ ਜਾਂਦੇ ਨੇ। ਵਾਸ ਦੈਟ ਅ ਵੂਮਨ ਲੇਇੰਗ ਐਟ ਹਿਜ਼ ਫੀਟ ਇਨ ਦ ਸ਼ੈਡੋ ਆਫ ਮੈਂਗੋ ਗਰੋਵ। ਕਹਿੰਦੇ ਕੀ ਇਹ ਕੋਈ ਔਰਤ ਹੈ ਜੋ ਉਹਨਾਂ ਦੇ ਫੀਟ ਦੇ ਕੋਲ, ਪੈਰਾਂ ਦੇ ਕੋਲ, ਮੈਂਗੋ ਗਰੋਵ, ਉਹ ਦਰਖਤਾਂ ਦਾ, ਮੈਂਗੋ ਦੇ, ਅੰਬ ਦੇ ਦਰਖਤਾਂ ਦਾ ਇੱਕ ਝੁੰਡ ਹੈ ਜੋ ਆਊਟਰ ਵਾਲ ਦੇ ਕੋਲ ਲਗਾਏ ਹੁੰਦੇ ਨੇ, ਤਾਂ ਉਹਨਾਂ ਦੀ ਸ਼ੈਡੋ ਦੇ ਵਿੱਚ ਪਈ ਹੈ, ਲੇ ਕਰ ਰਹੀ ਹੈ। ਤਾਂ ਬੇਟਾ ਜਦੋਂ ਸਿਟੀ ਦੀ ਆਊਟਰ ਵਾਲ 'ਤੇ ਜਾਂਦੇ ਨੇ, ਉੱਥੇ ਦੇਖਦੇ ਨੇ ਕਿ ਇੱਕ ਵੂਮਨ ਹੈ, ਉਹਨਾਂ ਦੇ ਜਿੱਦਾਂ, ਯਾਦ ਕਰੋ ਉਹੀ ਸੀਨ ਸਟਾਰਟਿੰਗ ਵਾਲਾ, ਉਪਗੁਪਤਾ ਉੱਥੇ ਸੋ ਰਹੇ ਸੀ, ਵੂਮਨ ਆਈ ਸੀ ਉਹਨਾਂ ਦੇ ਪੈਰਾਂ ਵਿੱਚ। ਅਚਾਨਕ ਉਪਗੁਪਤਾ
ਉਹਨਾਂ ਦੇ ਪੈਰਾਂ ਅੱਗੇ ਆ ਗਿਆ ਸੀ, ਉसी ਤਰ੍ਹਾਂ ਉਹਨਾਂ ਦੇ ਪੈਰਾਂ ਅੱਗੇ ਇੱਕ ਵੂਮਨ ਆ ਗਈ। ਉसी ਤਰ੍ਹਾਂ ਦੀ ਸਿਚੁਏਸ਼ਨ ਦੀ ਬਣ ਗਈ। ਦੇਖੋ ਹੁਣ ਉਹ ਸੋਚਦੇ ਨੇ ਕਿ ਇਹ ਇੱਕ ਔਰਤ ਦਾ ਯੂਜਲੀ ਰਾਤ ਨੂੰ ਬਾਹਰ ਸੋਣਾ ਬੜਾ ਅਜੀਬ ਲੱਗਦਾ, ਹੁਣ ਵੀ ਪਹਿਲਾਂ ਵੀ ਲੱਗਦਾ ਸੀ, ਠੀਕ ਹੈ, ਕਿ ਇਹ ਦਰਖਤਾਂ ਦੀ ਛਾਂ, ਮੈਂਗੋ ਜੋ ਟਰੀਜ਼ ਹੈ ਉਹਨਾਂ ਦੀ ਛਾਂ ਦੇ ਨੀਚੇ ਮੇਰੇ ਪੈਰਾਂ ਦੇ ਅੱਗੇ ਇਹ ਔਰਤ ਲੇਟੀ ਹੋਈ ਹੈ, struck with black pestilence, her body spotted with sores of smallpox। ਕਹਿੰਦੇ ਬਲੈਕ ਪੈਸਟੀਲੈਂਸ ਹੁੰਦੀ ਹੈ ਪਲੇਗ, ਔਰ ਬਲੈਕ ਪੈਸਟੀਲੈਂਸ ਬੇਟਾ ਉਹਦਾ ਭਿਆਨਕ ਰੂਪ, ਜਦੋਂ ਬਹੁਤ ਜ਼ਿਆਦਾ ਸਵੀਅਰ ਹੋ ਜਾਂਦਾ ਕੇਸ, ਬਹੁਤ ਜ਼ਿਆਦਾ ਭਿਆਨਕ ਰੂਪ ਹੋ ਜਾਂਦਾ ਤਾਂ ਉਹਨੂੰ ਕਹਿੰਦੇ ਨੇ ਬਲੈਕ ਪੈਸਟੀਲੈਂਸ, ਠੀਕ ਹੈ ਜੀ। ਪਲੇਗ ਦੀ ਸਟਰਕ ਸਫਰ ਕਰਨਾ, तो प्लेग ਦੀ ਬਿਮਾਰੀ ਤੋਂ ਜੋ ਸਫਰ ਕਰ ਰਹੀ ਹੈ, ਤੇ ਇਹਦੀ ਬੋਡੀ ਹੈ ਸਪੌਟਡ ਵਿਦ ਸੋਰਸ ਆਫ ਸਮਾਲ ਪੌਕਸ। ਉਹ ਤੇ ਸਪੌਟ ਧੱਬੇ ਪੈ ਗਏ ਨੇ, ਧੱਬਿਆਂ ਨਾਲ ਭਰੀ ਹੋਈ ਹੈ, ਕਿਹਦੇ ਨਾਲ? ਚੇਚਕ, ਸਮਾਲ ਪੌਕਸ, ਉਹਦੇ ਛੋਟੇ ਛੋਟੇ ਦਾਨਿਆਂ ਦੇ ਕਾਲੇ ਕਾਲੇ ਧੱਬੇ ਹੁੰਦੇ ਨੇ ਨਾ, ਜ਼ਖਮ ਹੁੰਦੇ ਨੇ ਉਹਨਾਂ ਸੋਰਸ ਦੇ ਨਾਲ। ਦੇਖੋ ਇੱਕ ਵੂਮਨ, हालत उसकी यंग ही है, मतलब ज़्यादा ओल्ड नहीं है, वो यंग वूमन है, और बॉडी ਉਹਦੀ ਇੱਦਾਂ ਦੀ ਹੋਈ ਪਈ ਹੈ, ਔਰ ਉੱਥੇ ਰਾਤ ਨੂੰ ਸੋ ਰਹੀ ਹੈ ਉਹ ਬਾਹਰ ਪੂਰੇ ਸ਼ਹਿਰ ਤੋਂ। ਬੜਾ ਰਿਸਕੀ ਕੰਮ ਹੈ। She had been hurriedly removed from the town to avoid her poisonous contagion। तो ਉਸ ਨੂੰ ਇੱਦਾਂ ਲੱਗਦਾ, ਕਹਿੰਦੇ ਕਿ ਉਹਨੂੰ ਕੀ ਹੈ, ਹਰੀਲੀ ਬਹੁਤ ਜਲਦੀ ਰਿਮੂਵ ਕਰਤਾ, ਕੱਢ ਦਿੱਤਾ। ਕਿੱਥੋਂ? ਟਾਊਨ ਤੋਂ। ਕਿਉਂ ਕੱਢ ਦਿੱਤਾ? ਟੂ ਅਵੋਇਡ ਕਰਨ ਲਈ, ਬਚਣ ਲਈ, ਹਰ ਪੋਇਜ਼ਨਸ ਕੰਟੇਜਨ ਤੋਂ। ਇਹ ਮਤਲਬ ਜ਼ਹਿਰੀਲਾ ਉਸਦਾ ਜੋ ਬਿਮਾਰੀਆਂ ਨੇ ਉਸ ਦੇ ਫੈਲਾਅ ਤੋਂ ਬਚਣ ਲਈ, ਕਿਉਂਕਿ ਇਹ ਉਹ ਬਿਮਾਰੀਆਂ ਨੇ ਬੇਟਾ ਜੋ ਇੱਕ ਪਰਸਨ ਤੋਂ ਦੂਜੇ ਪਰਸਨ ਇੱਦਾਂ ਫੈਲਦੀਆਂ ਨੇ, ਠੀਕ ਹੈ। ਜਿੱਦਾਂ ਕਰੋਨਾ ਵਾਇਰਸ ਦਾ ਵੀ ਹੈ ਨਾ, ਕਿ ਇੱਕ ਪਰਸਨ ਤੋਂ ਦੂਜੇ ਪਰਸਨ ਫੈਲਦਾ, ਤਾਂ ਇੱਦਾਂ ਦੀ ਹੀ ਭਿਆਨਕ ਬਿਮਾਰੀ ਹੈ ਉਹਨੂੰ ਹੋਈ। ਇਸ ਲਈ ਹੁਣ ਵੀ ਅਲੱਗ ਕੱਢਦੇ ਨੇ, ਇੱਦਾਂ ਦੀ ਬਿਮਾਰੀ ਲਈ ਪਹਿਲਾਂ ਵੀ ਕੱਢਦੇ ਸੀ, ਤਾਂ ਲੋਕਾਂ ਨੇ ਉਹਨੂੰ ਬਸ ਸ਼ਹਿਰ ਤੋਂ ਹੀ ਬਾਹਰ ਕੱਢਤਾ। ਹੁਣ ਥੋੜ੍ਹੀ ਕੇਅਰ ਕਰਦੇ ਨੇ, ਪਹਿਲਾਂ ਲੋਕ ਕੀ ਸੀਗੇ, ਬਿਲਕੁਲ ਹੀ ਬਾਹਰ ਕੱਢ ਦਿੰਦੇ ਹੁੰਦੇ ਸੀਗੇ। ਤੋ ਅੱਗੇ ਕੀ ਹੁਣ ਉਪਗੁਪਤ ਉਹਨਾਂ ਦਾ ਨਾਲ, ਉਸ ਵੂਮਨ ਦਾ ਨਾਲ ਕੀ ਬਿਹੇਵੀਅਰ ਹੋਏਗਾ? ਦੇਖੋ ਇੱਥੇ ਇੱਕ ਵਾਰ ਫਿਰ ਆਪਾਂ ਨੂੰ ਸਟਰੈਂਥ ਆਫ ਕਰੈਕਟਰ ਨਜ਼ਰ ਆਉਂਦੀ ਹੈ ਉਪਗੁਪਤ ਦੀ। ਤਾਂ ਕੀ ਕਰਦੇ ਨੇ ਉਪਗੁਪਤ? ਦ ਅਸੈਟਿਕ ਸੈਟ ਬਾਈ ਹਰ ਸਾਈਡ, ਉਹ ਭੱਜਦੇ ਨਹੀਂ, ਪਰੇ ਨਹੀਂ ਹੁੰਦੇ ਲੋਕਾਂ ਵਾਂਗ, ਉਹ ਤੋਂ ਬਲਕਿ ਉਸ ਦੀ ਸਾਈਡ, ਯਾਨੀ ਕਿ ਇੱਕ ਸਾਈਡ 'ਤੇ ਬੈਠ ਜਾਂਦੇ ਨੇ। ਟੁਕ ਹਰ ਹੈਡ ਔਨ ਹੀਜ਼ ਨੀਜ਼, ਉਹਦਾ ਹੈਡ ਕੀ ਹੈ, ਆਪਣੇ ਗੋਡੇ, ਨੀਜ਼ ਗੋਡਿਆਂ ਉੱਪਰ ਰੱਖਦੇ ਨੇ। ਐਂਡ ਮੋਇਸਚਰਡ ਹਰ ਲਿਪਸ ਵਿਦ ਵਾਟਰ, ਉਹਦੇ ਬੁੱਲ ਸੁੱਕੇ ਪਏ ਹੁੰਦੇ ਨੇ, ਇਸ ਲਈ ਉਹਨਾਂ ਨੂੰ ਮੋਇਸਚਰ ਕਰਦੇ ਨੇ ਲਿਪਸ ਨੂੰ ਵਾਟਰ ਨਾਲ, ਯਾਨੀ ਕਿ ਉਸਨੂੰ ਵਾਟਰ ਦਿੰਦੇ ਨੇ। ਐਂਡ ਸਮੀਅਰਡ ਹਰ ਬੋਡੀ ਵਿਦ ਸੈਂਡਲ ਬਮ, ਸਮੀਅਰਡ ਕਵਰ ਕਰਨਾ, ਲਗਾਉਣਾ, ਠੀਕ ਹੈ, ਲੇਪ ਕਰਨਾ ਹਰ ਬੋਡੀ, ਉਹਦੀ ਬੋਡੀ ਦੇ ਉੱਪਰ ਕਿਸ ਚੀਜ਼ ਦਾ? ਸੈਂਡਲ ਬੇਟਾ ਸੰਦਲ ਦੀ ਲੱਕੜੀ ਦਾ ਸੁਣਿਆ ਹੋਏਗਾ, ਬਹੁਤ ਫੇਮਸ ਹੈ। तो इसी तरह सैंडलवुड ਦੀ ਤਰ੍ਹਾਂ ਸੰਦਲ ਦਾ ਜੋ ਟਰੀ ਹੈ ਉਸ ਤੋਂ ਆਪਾਂ ਨੂੰ ਮੈਡੀਸਿਨਸ ਵੀ ਮਿਲਦੀਆਂ ਨੇ, ਔਰ ਮੈਡੀਸਿਨਸ ਦੇ ਦੁਆਰਾ ਆਪਾਂ ਬਾਮ, ਓਇੰਟਮੈਂਟਸ ਬਹੁਤ ਕੁਝ ਬਣਾ ਲੈਂਦੇ ਨੇ। ਆਪਣੀ ਮੈਡੀਕਲ ਸਾਇੰਸ ਬਹੁਤ ਕੁਝ ਬਣਾਉਂਦੀ ਹੈ ਸੈਂਡਲਵੁੱਡ ਔਰ ਸੈਂਡਲ ਟਰੀ ਤੋਂ ਜੋ ਵੀ ਚੀਜ਼ਾਂ ਮਿਲਦੀਆਂ ਨੇ। ਤਾਂ ਇਸੇ ਤਰ੍ਹਾਂ ਉਹ ਉਦੋਂ ਉਸ ਵਕਤ ਵੀ ਮਸ਼ਹੂਰ ਸੀ ਇਹ। ਤਾਂ ਉਹ ਕੀ ਨੇ, ਉਹਦੇ ਸੋਰਸ ਦੇ ਉੱਪਰ, ਜ਼ਖਮਾਂ ਉੱਪਰ ਲੇਪ ਕਰਦੇ ਨੇ ਸੈਂਡਲ ਬਾਮ ਦਾ, ਠੀਕ ਹੈ ਜੀ। ਔਰ ਉਸ ਤੋਂ ਇਹ ਟਰੀਟਮੈਂਟ ਲੈ ਕੇ ਵੂਮਨ ਬਹੁਤ ਹੈਰਾਨ ਹੋ ਜਾਂਦੀ ਹੈ। ਉਹ ਸੋਚਦੀ ਹੈ ਕਿ ਲੋਕਾਂ ਨੇ ਤਾਂ ਮੈਨੂੰ ਬਾਹਰ ਸੁੱਟ ਦਿੱਤਾ ਸ਼ਹਿਰ ਤੋਂ ਹੀ, ਤਾਂ ਇਹ ਕੌਣ ਹੈ? ਉਸਦੇ ਮਾਈਂਡ ਵਿੱਚ ਚੱਲ ਰਿਹਾ ਹੁੰਦਾ, ਔਰ ਉਹ ਡਾਇਰੈਕਟਲੀ ਪੁੱਛ ਲੈਂਦੀ ਹੈ, who are you merciful one? ask the woman ਕਹਿੰਦੀ ਹੈ, ਉਹ ਔਰਤ ਕਹਿੰਦੀ ਹੈ ਕਿ ਤੁਸੀਂ ਕੌਣ ਹੋ? ਮਰਸੀਫੁਲ, ਇਹ ਦਇਆਵਾਨ, ਤੁਸੀਂ ਕੌਣ ਹੋ? the time, ਇੱਥੇ ਉਪਗੁਪਤਾ ਦਾ ਆਨਸਰ ਦੇਖੋ,
The time at last has come to visit you and I am here, replied the young ascetic। ਤਾਂ ਉਪਗੁਪਤ ਨੇ ਆਪਾਂ ਨੂੰ ਵੀ ਇੱਕ ਹਿੰਟ ਦੇਤਾ ਕਿ ਉਹ ਔਰ ਵੂਮਨ ਨੂੰ ਵੀ ਹਿੰਟ ਦੇਤਾ ਕਿ ਉਹ ਕੌਣ ਹੈ। ਇੱਥੋਂ ਵੂਮਨ ਨੂੰ ਕੀ ਹਿੰਟ ਮਿਲ ਗਿਆ ਕਿ ਜਦੋਂ ਸਟਾਰਟਿੰਗ ਦੇ ਵਿੱਚ ਉਹ ਟਕਰਾਈ ਸੀ ਉਪਗੁਪਤਾ ਨੂੰ, ਉਹਨੇ ਆਫਰ ਕੀਤਾ ਸੀ ਘਰ ਜਾਣ ਲਈ, ਤਾਂ ਉਹਨੂੰ ਇੱਕ ਲਾਈਨ ਬੋਲੀ ਸੀ, ਵੈਨ ਦ ਟਾਈਮ ਵਿਲ ਰਾਈਪ ਆਈ ਵਿਲ ਕਮ ਟੂ ਯੂ। ਜਦੋਂ ਟਾਈਮ ਸਹੀ ਹੋਏਗਾ ਮੈਂ ਤੇਰੇ ਕੋਲ ਆਊਂਗਾ। ਤਾਂ ਉਹਦਾ ਰਿਪਲਾਈ ਇੱਥੇ ਕੀਤਾ ਉਹਨਾਂ ਨੇ ਕਿ ਦ ਟਾਈਮ ਐਟ ਲਾਸਟ, ਕਿ ਅੰਤ ਵਿੱਚ ਕੀ ਹੋਇਆ, ਟਾਈਮ ਹੈਜ਼ ਕਮ ਟੂ ਵਿਜ਼ਿਟ ਯੂ, ਤੈਨੂੰ ਵਿਜ਼ਿਟ ਕਰਨ ਦਾ, ਤੇਰੇ ਕੋਲ ਆਉਣ ਦਾ ਸਮੇਂ ਆ ਗਿਆ ਸੀ। ਐਂਡ ਆਈ ਐਮ ਹੇਅਰ, ਅਤੇ ਮੈਂ ਤੇਰੇ ਕੋਲ ਹਾਂ, ਇੱਥੇ ਹਾਂ। ਯਾਨੀ ਕਿ ਇਹ ਉਹੀ ਵੂਮਨ ਹੈ ਜੋ ਸਟਾਰਟਿੰਗ ਦੇ ਵਿੱਚ ਉਪਗੁਪਤਾ ਨੂੰ ਮਿਲੀ ਸੀ ਔਰ ਉਹ ਸਮਝ ਗਈ ਕਿ ਇਹ ਉਹੀ ਪਰਸਨ ਹੈ ਜੋ ਮੈਨੂੰ 1 ਸਾਲ ਪਹਿਲਾਂ 7-8 ਮਹੀਨੇ ਪਹਿਲਾਂ ਮਿਲਿਆ ਸੀ। ਉਦੋਂ ਮੇਰੀ ਕੰਡੀਸ਼ਨ ਬਹੁਤ ਅੱਛੀ ਸੀ, ਇਹੀ ਲੋਕ ਮੇਰੀ ਬਹੁਤ ਸੇਵਾ ਵੀ ਕਰਦੇ ਸੀ ਔਰ ਮੈਨੂੰ ਬਹੁਤ ਮੰਨਦੇ ਸੀ, ਬਹੁਤ ਆਨਰ ਕਰਦੇ ਸੀ। ਔਰ ਅੱਜ 1 ਸਾਲ ਔਰ 7-8 ਮਹੀਨੇ ਬਾਅਦ ਇਹ ਪਰਸਨ ਮੈਨੂੰ ਫਿਰ ਆਇਆ, ਮੇਰੀ ਹਾਲਤ ਕੀ ਹੈ। ਅਤੇ ਇੱਧਰੋਂ ਆਪਾਂ ਨੂੰ ਵੀ ਕਲੀਅਰ ਹੋ ਗਿਆ ਕਿ ਉਹ ਕਿਸ ਟਾਈਮ ਦੀ ਗੱਲ ਕਰਦੇ ਸੀਗੇ। ਉਹ ਉਸੀ ਟਾਈਮ ਦੀ ਗੱਲ ਕਰਦੇ ਸੀ ਜੋ ਇਸ ਵੂਮਨ 'ਤੇ ਆ ਗਿਆ, ਯਾਨੀ ਕਿ ਉਹਦੇ ਬੈਡ ਡੇਜ਼। ਠੀਕ ਹੈ ਜੀ, ਆਪਣੀ ਪੋਇਮ ਕਲੀਅਰ ਹੈ। ਤਾਂ ਇਸ ਤੋਂ ਆਪਾਂ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਉਹ ਵੂਮਨ ਹੋਰ ਕੋਈ ਨਹੀਂ, ਉਹੀ ਡਾਂਸਿੰਗ ਗਰਲ ਹੈ ਜੋ ਸਟਾਰਟਿੰਗ 'ਚ ਪੋਇਮ 'ਚ ਆਈ ਸੀ। ਤਾਂ ਓਵਰਆਲ ਆਪਾਂ ਪੋਇਮ ਦੇਖੀਏ, ਇੱਕ ਓਵਰਵਿਊ ਲੈ ਲਈਏ ਤਾਂ ਪੂਰੀ ਪੋਇਮ ਦੇ ਵਿੱਚ ਕੀ ਸਟੈਪ ਆਉਂਦੇ ਨੇ ਕਿ ਉਪਗੁਪਤ ਜੋ ਆਪਣੇ ਬੁੱਧ ਭਿਕਸ਼ੂ ਹੈ ਉਹ ਸਲੀਪ ਸੀਗੇ ਔਨ ਦ ਡਸਟੀ ਗਰਾਊਂਡ ਔਨ ਮਥੁਰਾ ਦੇ ਗਰਾਊਂਡ ਦੇ ਉੱਪਰ। ਅਚਾਨਕ ਕੀ ਹੁੰਦਾ, ਇੱਕ ਡਾਂਸਿੰਗ ਗਰਲ ਆਉਂਦੀ ਹੈ, ਉਹਨਾਂ ਨੂੰ ਟਕਰਾਉਂਦੀ ਹੈ, ਫਿਰ ਮਾਫੀ ਮੰਗਦੀ ਹੈ ਅਤੇ ਉਹਨਾਂ ਨੂੰ ਇਨਵਾਈਟ ਕਰਦੀ ਹੈ। ਦ ਡਾਂਸਿੰਗ ਗਰਲ ਇਨਵਾਈਟਸ ਹਿਮ ਟੂ ਹਰ ਹੋਮ, ਘਰ ਆਉਣ ਲਈ। ਉਹ ਚਾਹੁੰਦੇ ਤਾਂ ਜਾ ਵੀ ਸਕਦੇ ਸੀ, ਬਟ ਉਹਨਾਂ ਨੇ ਉੱਥੇ ਹੀ ਰਹਿਣਾ ਪਸੰਦ ਕੀਤਾ ਅਤੇ ਇਨਡਾਇਰੈਕਟਲੀ ਉਹਨੂੰ ਇੱਕ ਪ੍ਰੋਮਿਸ ਦੇਤਾ ਕਿ ਜਦੋਂ ਸਹੀ ਟਾਈਮ ਆਊਗਾ ਮੈਂ ਤੈਨੂੰ ਵਿਜ਼ਿਟ ਕਰੂੰਗਾ। ਹੀ ਪ੍ਰੋਮਿਸਿਸ ਟੂ ਵਿਜ਼ਿਟ ਹਰ ਵੈਨ ਦ ਟਾਈਮ ਇਜ਼ ਰਾਈਪ। ਠੀਕ ਹੈ ਜੀ, ਉਹ ਪ੍ਰੋਮਿਸ, ਹੁਣ ਕੋਈ ਇੱਦਾਂ ਦਾ ਓਕੇਜ਼ਨ ਤਾਂ ਹੁੰਦਾ ਨਹੀਂ ਵੀ ਸ਼ਾਦੀ ਵਿਆਹ ਹੈ ਜੀ ਆਪਾਂ ਚਲੇ ਜਾਵਾਂਗੇ। ਉਹ ਸਹੀ ਟਾਈਮ, ਸ਼ਾਇਦ ਉਹਨਾਂ ਨੇ ਫਿਊਚਰ ਦੀ ਇੱਕ ਪ੍ਰੈਡਿਕਸ਼ਨ ਕਰ ਲਈ ਸੀ ਜਾਂ ਕੀ ਸੀ, ਸਪਿਰਿਚੁਅਲ ਪਰਸਨੈਲਿਟੀ ਸੀ, ਉਹਨਾਂ ਨੂੰ ਪਤਾ ਸੀ ਕਿ ਇਹਦੇ ਨਾਲ ਕੁਝ ਬੁਰਾ ਹੋ ਸਕਦਾ ਕਦੇ ਵੀ, ਤਾਂ ਉਹਨਾਂ ਨੇ ਉਸ ਲਈ ਰੱਖ ਲਿਆ। ਤਾਂ ਉਸ ਤੋਂ ਬਾਅਦ ਵੂਮਨ ਚਲੀ ਜਾਂਦੀ ਹੈ, 7-8 ਮਹੀਨੇ ਨਿਕਲਦੇ ਨੇ। ਇਨ ਬਿਟਵੀਨ ਕੀ ਹੁੰਦਾ, ਉਸੀ ਲੇਡੀ ਦੇ ਨਾਲ, ਉਸੀ ਵੂਮਨ ਡਾਂਸਿੰਗ ਗਰਲ ਦੇ ਨਾਲ ਕੀ ਹੁੰਦਾ ਏ, ਬਹੁਤ ਬੁਰਾ ਇੰਸੀਡੈਂਟ ਕਿ ਉਹਨੂੰ ਬਲੈਕ ਪੈਸਟਿਲ, ਉਸਨੂੰ ਪਲੇਗ ਹੋ ਜਾਂਦੀ ਹੈ ਔਰ ਕੀ ਹੈ ਨਾਲ ਹੀ ਸਮਾਲ ਪੌਕਸ ਹੋ ਜਾਂਦੀ ਹੈ। ਬਲੈਕ ਪੈਸਟੀਲੈਂਸ ਹੋਣ ਤੋਂ ਬਾਅਦ ਔਰ ਸਮਾਲ ਪੌਕਸ ਦੇ ਗੰਦੇ ਧੱਬਿਆਂ ਤੋਂ ਬਾਅਦ ਲੋਕ ਕੀ ਨੇ, ਉਸ ਤੋਂ ਡਰਨ ਲੱਗ ਜਾਂਦੇ ਨੇ ਔਰ ਉਹਨੂੰ ਸ਼ਹਿਰ ਤੋਂ ਹੀ ਬਾਹਰ ਕੱਢ ਦਿੰਦੇ ਨੇ, ਜਿਵੇਂ ਕਿ ਆਪਾਂ ਨੇ ਕੀਤਾ ਸੀ, ਦੇਖੋ ਪੂਰਾ ਪੜ੍ਹਿਆ ਸੀ। ਤਾਂ ਉਹੀ ਚੀਜ਼ ਇੱਥੇ ਹੈ, ਦ ਵੂਮਨ ਡਰਾਈਵਨ ਅਵੇ ਫਰੋਮ ਦ ਟਾਊਨ। ਠੀਕ ਹੈ, ਤਾਂ ਕਿਉਂ ਕੱਢਦੇ ਨੇ, ਉਹ ਵੀ ਰੀਜ਼ਨ ਮੈਂ ਤੁਹਾਨੂੰ ਉੱਪਰ ਦੱਸਿਆ ਸੀ ਕਿ ਇੱਕ ਪਰਸਨ ਤੋਂ ਦੂਜੇ ਪਰਸਨ ਫੈਲਣ ਦਾ ਖਤਰਾ ਜ਼ਿਆਦਾ ਸੀ। ਤਾਂ ਐਂਡ ਦੇ ਵਿੱਚ ਉਪਗੁਪਤ ਜਦੋਂ ਫਿਰ ਤੋਂ ਮਥੁਰਾ ਵਿਜ਼ਿਟ ਕਰਦੇ ਨੇ ਤਾਂ ਉਹ ਉਸੇ ਵੂਮਨ ਕੋਲ ਪਹੁੰਚ ਜਾਂਦੇ ਨੇ ਜਿਸ ਨੂੰ ਉਹਨਾਂ ਨੇ ਪਹੁੰਚਣ ਦਾ ਵਾਅਦਾ ਕੀਤਾ ਸੀ ਜਦੋਂ ਟਾਈਮ ਸਹੀ ਆਉਣਾ ਸੀ। ਯਾਨੀ ਕਿ ਜਦੋਂ ਸਭ ਨੇ ਉਹਨੂੰ ਨਿਗਲੈਕਟ ਕਰਤਾ, ਉਸ ਵਕਤ ਉਪਗੁਪਤਾ ਨੇ ਉਹਨੂੰ ਨਿਗਲੈਕਟ ਨਹੀਂ ਕੀਤਾ। ਉਹਨਾਂ ਨੂੰ ਕੋਈ ਹੈਜ਼ੀਟੇਸ਼ਨ ਨਹੀਂ ਸੀਗੀ ਕਿ ਉਹ ਇੱਕ ਲੇਡੀ ਦਾ ਟਰੀਟਮੈਂਟ ਕਰ ਰਹੇ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ। ਉਹਨਾਂ ਨੇ ਹਿਊਮੈਨਿਟੀ ਸ਼ੋਅ ਕੀਤੀ, ਉਹਨਾਂ ਨੇ ਹਰ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਸੰਭਾਲਿਆ ਔਰ ਆਪਣਾ ਪ੍ਰੋਮਿਸ ਰੱਖਿਆ। ਤਾਂ ਉਪਗੁਪਤ ਜੋ ਇਹ ਪੋਇਮ ਹੈ ਆਪਣੇ ਕੋਲੇ ਮੇਨਲੀ ਬੇਟਾ ਥੀਮਸ ਦੀ ਗੱਲ ਕਰੀਏ ਤਾਂ 2 ਥੀਮ ਨਿਕਲਦੇ ਆ। ਦੇਖੋ ਮੈਂ ਅੰਡਰਲਾਈਨ ਵੀ ਕੀਤੇ ਨੇ। ਫਸਟ ਹੈ ਦ ਇਮਪਰਮਾਨੈਂਸ ਆਫ ਯੂਥ ਐਂਡ ਫਿਜ਼ੀਕਲ ਬਿਊਟੀ। ਹਾਂਜੀ, ਸਭ ਤੋਂ ਮੇਨ ਜੋ ਥੀਮ ਨਿਕਲਦਾ ਉਹ ਇਹੀ ਹੈ। ਇਹ ਜੋ 2 ਪੈਸੇਜ ਆਪਣੇ ਸਾਹਮਣੇ 2-3 ਪੈਸੇਜ ਵਿੱਚ ਰਵਿੰਦਰਨਾਥ ਟੈਗੋਰ ਜੀ ਨੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਐਡੀ ਲੰਬੀ ਪੋਇਮ ਦੇ ਵਿੱਚ, ਉਹ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ
कि ब्यूटी जो फिजिकल ब्यूटी है तो यूथ जवानी है वो परमानेंट नहीं होंगी, इसलिए इसका गरूर नहीं करना चाहिए। स्टार्टिंग ਦੇ ਵਿੱਚ ਇੱਕ ਲੇਡੀ ਮਿਲੀ ਸੀ ਆਪਾਂ ਨੂੰ ਜੋ ਬਹੁਤ ज़्यादा ਘਮੰਡ ਸੀ ਆਪਣੇ ਜਵਾਨੀ ਦੇ ਯੂਥ ਦੇ, ਪੂਰੀ ਸਜੀ ਧਜੀ ਔਰ ਪੂਰੀ ਵਾਹਵਾਈ ਲੈ ਰਹੀ ਸੀਗੀ, ਬਹੁਤ ਹੀ ਖੂਬਸੂਰਤ। ਹਰ ਇੱਕ ਨੂੰ ਹੁੰਦਾ ਯੂਥ ਦੇ ਵਿੱਚ ਗਰੂਰ ਆਪਣੇ ਆਪ ਤੇ, ਪਰ ਇੱਕ ਕੁਛ ਟਾਈਮ ਬਾਅਦ ਉਸ ਨਾਲ ਐਸਾ ਕੁਛ ਹੋਇਆ ਕਿ ਉਹਦੀ ਬਿਊਟੀ, ਉਹਦਾ ਯੂਥ ਇੰਨੀ ਜਲਦੀ ਖਤਮ ਹੋ ਗਿਆ, ਕੋਈ ਸੋਚ ਵੀ ਨਹੀਂ ਸਕਦਾ ਸੀ। तो ये यूथ और फिजिकल ब्यूटी के पीछे नहीं जाना चाहिए। जो ब्यूटी होनी चाहिए वो स्पिरिचुअल इनर ब्यूटी होनी चाहिए, तो कैरेक्टर की होनी चाहिए, जिमें कि उपगुप्त के कैरेक्टर दे विच नज़र आई। दूसरा जो थीम है स्ट्रेंथ ऑफ कैरेक्टर ऑफ उपगुप्त। हाँ जी, ये कुछ मेन पॉइंट्स हैं मैं हाईलाइट किए ने, जिमें कि वो काफ़ी मर्सीफुल सी, दयावान सी, माफ़ करने वाले, फॉरगिविंग, ऑल्दो यंग एंड अट्रैक्टिव सी, बहुत जवान और बहुत अट्रैक्टिव, पर फिर भी उन्होंने सैल्फ कंट्रोल सी अपना, नाल ही सिंपलिसिटी बहुत ज़्यादा सी, एंड जो कहते सी उन्होंने खरे उतरते सी, यानी कि बी ट्रू टू हिज वर्ड्स। तो इस तो इलावा भी बहुत सारे पॉइंट्स ने, तुसी खुद दे निकाल सकते हो। तो यह तुसी मेन पॉइंट्स में एक्सप्लेन भी करोगे और नोट भी करोगे अपनी नोटबुक के ऊपर। नाउ लेट्स सी द वर्कशीट ऑफ टुडे। हाँ जी, उपगुप्त बाय रविंद्रनाथ टैगोर। आफ्टर वॉचिंग द वीडियो केयरफुली आंसर द क्वेश्चंस। क्वेश्चंस की ने, which line in the poem proved that it was dark night when Upagupta lay asleep? हाँ जी, ਕਿਹੜੀਆਂ ਲਾਈਨਸ ਤੋਂ ਪਤਾ ਲੱਗਦਾ ਹੈ ਕਿ ਉਪਗੁਪਤ ਜਦੋਂ ਸੋ ਰਹੇ ਸੀ ਤਾਂ ਉਹ ਬਹੁਤ ਹੀ ਭਿਆਨਕ ਡਾਰਕ ਨਾਈਟ ਥੀ। ਉਹ ਲਾਈਨਸ ਲਿਖ ਰਹੀਆਂ ਨੇ। ਹਾਊ ਡਿਡ ਅਸੈਟਿਕ ਹੈਲਪ ਦ ਵੂਮਨ? ਕਿੱਦਾਂ ਜੋ ਬੁੱਧ ਭਿਕਸ਼ੂ ਸੀ ਉਪਗੁਪਤ, ਉਹਨਾਂ ਨੇ ਕਿੱਦਾਂ ਹੈਲਪ ਕੀਤੀ ਵੂਮਨ ਦੀ? ਹੈਲਪ ਕਦੋਂ ਕੀਤੀ ਸੀ? ਲਾਸਟ ਦੇ ਵਿੱਚ ਤੁਸੀਂ ਦੇਖਿਆ ਹੀ ਹੈ, ਸੁਣਿਆ ਹੀ ਹੈ, ਠੀਕ ਹੈ। ਉਸ ਤੋਂ ਬਾਅਦ ਜੋ ਕੁਐਸਚਨ ਆ ਰਿਹਾ, ਮੈਚ ਦੀ ਕਾਲਮ ਏ ਵਿਦ देयर मीनिंग इन ਕਾਲਮ ਬੀ। हाँ जी, उन्होंने मीनिंग्स तुसी मैच करनी है जो ए कॉलम च दिते हैं बी कॉलम वाले नाल। हर मीनिंग मैं बहुत डिटेल विच तुहानूं समझाया, आई होप तुसी ईजीली मैच कर लोगे। एंड नैक्सट क्वेश्चन इज पेन डाउन द सेंट्रल आइडिया ऑफ द पोएम इन योर ओन वर्ड्स। सेंटर आइडिया, मेन आइडिया आप काफ़ी हद तक डिस्कस कर लिया, जिहड़ा कि मैं लास्ट दे विच कीता है एन ओवरव्यू दे विच, ठीक है जी। और उन्होंने किद्दां लिखना तुसी इस तो इलावा थोड़े सकता तो ਤੁਹਾਡਾ माइंड हो सकता है कुछ होर आइडिया भी लगा रहा हो इस पोइम तो तुसी वो भी ऐड कर सकते हो। इसीलिए लिखा इन योर ओन वर्ड्स, कोई बुक चो नहीं करना, कुछ नहीं, ਤੁਹਾਡੇ अपने लफ्ज़ होंगे, मेन आइडिया निकालना है। एंड नैक्सट क्वेश्चन इज व्हाट वाज द ascetics रिप्लाई टू द गर्ल्स इनविटेशन? हाँ जी, असैटिक्स यानी कि बुद्ध भिक्षु दा अपोस्ट्रफी, ਇਹਦਾ मतलब ਹੁੰਦਾ है दा। रिप्लाई आंसर टू द गर्ल्स, गर्ल दा। इनविटेशन जो ऑफर न्योता सी, ਉਹਨੂੰ ਕੀ आंसर दिता सी डांसिंग वूमन ਨੂੰ ਜਦੋਂ ਉਹਨੇ ऑफर किया भी मेरे घर आ जाओ, ठीक है जी। और लाइन लिखनी है, पर्टिकुलर लाइन। Last but not least, that is pen down your knowledge. How much do you know about Lord Buddha? Lord Buddha है जो, उन्होंने बारे तुसी किन्ना क जानते हो? Who was he? What did he preach for? About उन्होंने किस लिए preach किया, मतलब ਕਿਹੜੇ ਧਰਮ ਨੂੰ ज़्यादा तो ज़्यादा उन्होंने की है अगे पहुँचाने की कोशिश की, और ਕਿਹੜੇ जो उन्होंने प्रिंसीपल्स है उन्होंने अगे पहुँचाया। After searching about him, about his teachings, what do you learn from his teachings? हाँ जी, सर्च करो, गूगल सर्च हो सकती है, कितों भी सर्च हो सकती है, तो इंप्रूव होएगी नॉलेज। और जो टीचिंग्स जो उन्होंने सिखाया ਉਹਦੇ ਬਾਰੇ ਜਾਣਨ ਤੋਂ ਬਾਅਦ ਕੀ ਤੁਹਾਡੇ ਲਈ ਬੈਨੀਫਿਸ਼ਰੀ ਹੈਗੀਆਂ ਸੀ ਉਹ ਟੀਚਿੰਗਸ, ਤੁਸੀਂ ਕੀ ਸਿੱਖਿਆ ਉਹਨਾਂ ਤੋਂ, ਉਸ ਦੇ ਬਾਰੇ ਤੁਸੀਂ ਲਿਖਣਾ। ਹਾਂਜੀ, ਪਹਿਲਾਂ ਲਿਖੋਗੇ ਲॉर्ड ਬੁੱਧਾ और उन्होंने प्रीच बारे कि किस चीज़ बारे उन्होंने ज़्यादा दबाव दिता और सबनों इनविटेशन दिता कि फॉलो करन, और टीचिंग्स केड़ियां सीगियां। तुसी जिहड़ी इन्वेस्टिगेशन की है वो
ਕਿ ਉਸ ਟੀਚਿੰਗਸ ਦੀ ਤਾਂ ਉਹਨਾਂ ਤੋਂ ਕੀ ਸਿੱਖਿਆ, ਤੁਸੀਂ ਕੀ ਇੰਪਰੂਵਮੈਂਟ ਲੈ ਕੇ ਆਂਦੀ ਆਪਣੇ ਆਪ, ਉਸ ਦੇ ਬਾਰੇ ਤੁਸੀਂ 5-7 ਲਾਈਨਾਂ ਲਿਖਣੀਆਂ ਨੇ ਤੁਹਾਡੇ ਆਪਣੇ ਵਰਡਸ ਦੇ ਵਿੱਚ। ਦੈਟਸ ਆਲ। So I hope it's clear to you. The whole poem is very beautiful. I think like me. तो ਇਸ ਦੇ ਨਾਲ ਹੀ ਆਪਣੀ ਪੋਇਮ ਖਤਮ ਹੁੰਦੀ ਹੈ। ਹੋਪਫੁਲੀ ਕਿ ਸਾਰੇ ਤੁਸੀਂ ਵਰਕਸ਼ੀਟ ਵੀ ਬਹੁਤ ਈਜ਼ੀਲੀ ਸੋਲਵ ਕਰ ਲੋਗੇ। ਥੈਂਕ ਯੂ। ਹੈਵ ਅ ਨਾਈਸ ਡੇ।